ਜਦੋਂ ਸਰਕਾਰ ਹੋਵੇ ਸੁੱਤੀ, ਆਵਾਮ ਦੀ ਹਾਲਾਤ ਹੋਵੇ ਕਸੂਤੀ, ਤਾਂ ਚਰਚਾ ਤਾਂ ਬਣਦੀ ਹੈ। ਜਦੋਂ ਛੇਵੇਂ ਦਰਿਆ ਦੀ ਗੱਲ ਹੋਵੇ, ਕਿਸਾਨੀ ਦਾ ਨਾ ਕੋਈ ਹੱਲ ਹੋਵੇ, ਤਾਂ ਚਰਚਾ ਤਾਂ ਬਣਦੀ ਹੈ। ਜਦੋਂ ਨੌਜਵਾਨੀ ਵਿਦੇਸ਼ਾਂ ਵੱਲ ਭੱਜਦੀ ਹੋਵੇ, ਡੋਂਕੀਆਂ ਦੇ ਵਿੱਚ ਮਰਦੀ ਹੋਵੇ, ਤਾਂ ਚਰਚਾ ਤਾਂ ਬਣਦੀ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ, ਮੈਂ ਹਾਂ ਮਨੀਸ਼ ਬਿਆਲਾ ਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਗੱਲ ਕਰਦੇ ਹਾਂ ਕਿਸਾਨੀ ਨੂੰ ਲੈ ਕੇ, ਕਿਉਂਕਿ ਕਿਸਾਨੀ ਦਾ ਮੁੱਦਾ ਜਿਹੜਾ ਹੈ ਉਹ ਲਗਾਤਾਰ ਭਖਦਾ ਜਾ ਰਿਹਾ ਹੈ। ਪਿਛਲੇ 3 ਹਫ਼ਤਿਆਂ ਤੋਂ ਕਿਸਾਨ ਰੇਲਵੇ ਲਾਈਨਾਂ ਅਤੇ ਰੋਡ ਦੇ ਉੱਤੇ ਬੈਠੇ ਹੋਏ ਨੇ, ਸੜਕਾਂ ਜਾਮ ਕਰਕੇ ਬੈਠੇ ਹੋਏ ਨੇ, ਪਰ ਰਾਜਨੀਤੀ ਜਿਹੜੀ ਹੈ ਉਹ ਆਪਣੀ ਗੰਦੀ ਖੇਡ ਖੇਡਣ ਵਾਸਤੇ ਮਜਬੂਰ ਹੋਈ ਪਈ ਹੈ। ਕਿਉਂਕਿ ਰਾਜਨੀਤੀ ਨੂੰ ਲੱਗਦਾ ਹੈ ਕਿ ਸ਼ਾਇਦ ਇਹੋ ਹੀ ਵੇਲਾ ਹੈਗਾ ਆਪਣੀਆਂ ਵੋਟਾਂ ਪੱਕਾ ਕਰਨ ਦੇ ਲਈ, ਅਤੇ ਉਹਦੇ ਲਈ ਰਾਜਨੀਤੀ ਹਰ ਇੱਕ ਤਰੀਕੇ ਦਾ ਪੈਂਤੜਾ ਜਿਹੜਾ ਹੈ ਉਹ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਕੇਂਦਰ ਦੇ ਵੱਲੋਂ ਜਿਹੜੀ ਕੇਂਦਰ ਹੈਗੀ ਹੈ, ਕਿਉਂਕਿ ਕੇਂਦਰ ਲਗਾਤਾਰ ਇਹ ਗੱਲ ਕਹਿ ਰਹੀ ਸੀ ਕਿ ਖੇਤੀ ਨੂੰ ਲੈ ਕੇ ਜਿਹੜੇ 3 ਅਸੀਂ ਕਾਨੂੰਨ ਬਣਾਏ ਨੇ, ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਦੇ ਵਾਸਤੇ ਲਾਹੇਵੰਦ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਤਬਦੀਲ ਕਰ ਦੇਣਗੇ। ਕਿਸਾਨ ਵੀ ਕਹਿੰਦੇ ਨੇ ਤਬਦੀਲ ਕਰ ਦੇਣਗੇ, ਪਰ ਚੰਗੇ ਵਾਸਤੇ ਨਹੀਂ, ਮਾੜੇ ਵਾਸਤੇ, ਕਿਉਂਕਿ ਇਹਨਾਂ ਕਾਨੂੰਨਾਂ ਦੇ ਅਨੁਸਾਰ ਕਿਸਾਨੀ ਦਾ ਇਹ ਦਾਅਵਾ ਹੈਗਾ ਕਿ ਇਹ ਸਾਨੂੰ ਬੰਦੂਆ ਮਜ਼ਦੂਰ ਬਣਾ ਦੇਣਗੇ, ਸਾਡੀਆਂ ਜ਼ਮੀਨਾਂ ਦੇ ਉੱਤੇ ਵੱਡੇ ਘਰਾਣੇ ਜਿਹੜੇ ਨੇ ਉਹ ਕਬਜ਼ਾ ਕਰ ਜਾਣਗੇ। ਪਰ ਇਸ ਦੇ ਵਿੱਚ ਜਿਹੜਾ ਹੈ ਲਗਾਤਾਰ ਕੇਂਦਰ ਜਿਹੜੀ ਆਪਣੀ ਜਿੱਦ ਦੇ ਉੱਤੇ ਅੜੀ ਹੋਈ ਹੈ। ਰਾਜਨੀਤੀ ਜਿਹੜੀ ਹੈ ਉਹ ਆਪਣੀ ਖੇਡ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੱਦਾ ਭੇਜਿਆ ਗਿਆ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ, ਜਿਹੜੀਆਂ ਕਿ ਪੰਜਾਬ ਤੋਂ ਸੰਬੰਧਿਤ ਨੇ, ਕਿ ਆਓ, ਦਿੱਲੀ ਬੈਠ ਕੇ ਅਸੀਂ ਟੇਬਲ ਦੇ ਉੱਤੇ ਗੱਲਬਾਤ ਕਰਦੇ ਹਾਂ। ਕੁਝ ਗੱਲਾਂ ਤੁਸੀਂ ਕਹੋ, ਕੁਝ ਗੱਲਾਂ ਅਸੀਂ ਕਵਾਂਗੇ, ਤੇ ਫਿਰ ਆਪਸ ਦੀ ਜਿਹੜੀ ਗੱਲ ਹੈ ਉਸ ਨੂੰ ਅਸੀਂ ਲੈ ਕੇ ਇੱਕ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਪਰ ਹੋਇਆ ਇਸ ਤਰੀਕੇ ਨਾਲ ਨਹੀਂ। ਕਿਸਾਨ ਜਥੇਬੰਦੀਆਂ ਪਹਿਲਾਂ ਤਾਂ ਇਸ ਚੀਜ਼ ਦੇ ਉੱਤੇ ਅੜ ਗਈਆਂ ਕਿ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਫਿਰ ਜਿਹੜੇ ਸੂਝਵਾਨ ਕਿਸਾਨ ਸਨ, ਜਿਹੜੇ ਜਥੇਬੰਦੀਆਂ ਦੇ ਹੈੱਡ ਸਨ, ਉਹਨਾਂ ਨੇ ਇਹ ਗੱਲ ਕਹੀ ਕਿ ਕਿਤੇ ਕੇਂਦਰ ਨੂੰ ਇਹ ਨਾ ਕਹਿਣ ਦਾ ਮੌਕਾ ਮਿਲ ਜੇ ਕਿ ਅਸੀਂ ਇਹਨਾਂ ਨੂੰ ਸੱਦਿਆ ਸੀ ਪਰ ਆਏ ਨਹੀਂ, ਇਸ ਕਰਕੇ ਸਾਨੂੰ ਇੱਕ ਵਾਰੀ ਜਾਣਾ ਜ਼ਰੂਰ ਚਾਹੀਦਾ। ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਹੜੀਆਂ ਦਿੱਲੀ ਦੇ ਵਿੱਚ ਜਾ ਕੇ ਸਰਕਾਰ ਦੇ ਨਾਲ ਗੱਲਬਾਤ ਕਰੇਗੀ। ਸਰਕਾਰ ਦੇ ਵਾਸਤੇ ਗੱਲਬਾਤ ਕਰਨ ਦੇ ਲਈ ਇਹ ਕਿਸਾਨ ਜਿਹੜੇ ਨੇ ਪੰਜਾਬ ਤੋਂ ਬੱਸ ਭਰ ਕੇ ਜਿਹੜਾ ਉਹ ਦਿੱਲੀ ਗਏ ਵੀ, ਉਹਨਾਂ ਦੇ ਨਾਲ ਹੋਰ ਵੀ ਸਹਿਯੋਗੀ ਸਨ। ਟੇਬਲ ਤੇ ਬੈਠੇ ਪਤਾ ਲੱਗਾ ਕਿ ਉੱਥੇ ਤਾਂ ਸਿਰਫ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਸੈਕਟਰੀ ਨੇ ਉਹੀ ਗੱਲ ਕਰਨਗੇ। ਪਹਿਲਾਂ ਕਿਸਾਨ ਹੈਰਾਨ ਕਿ ਸ਼ਾਇਦ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਪਿਛਲੇ ਦਿਨਾਂ ਦੇ ਵਿੱਚ 9 ਆਪਣੇ ਕੇਂਦਰੀ ਮੰਤਰੀਆਂ ਦੀ ਜ਼ਿੰਮੇਵਾਰੀ ਲਾ ਚੁੱਕੀ ਹੈ ਇਸ ਬਿੱਲਾਂ ਦੇ ਉੱਤੇ ਕਿਸਾਨਾਂ ਦੇ ਨਾਲ ਗੱਲ ਕਰਨ ਲਈ, ਸ਼ਾਇਦ ਉਹਨਾਂ 9 ਮੰਤਰੀਆਂ ਦੇ ਵਿੱਚੋਂ 3 ਮੰਤਰੀ ਹੀ ਬੈਠਣਗੇ, ਪਰ ਆਇਆ ਕੋਈ ਨਹੀਂ। ਫਿਰ ਸੈਕਟਰੀ ਸਾਹਿਬ ਦੇ ਉੱਤੇ ਇਹ ਗੱਲ ਕਹੀ ਗਈ ਕਿ ਸੈਕਟਰੀ ਸਾਹਿਬ ਜਦੋਂ ਆਏ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸਦਾ ਹੈ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ, ਤੁਹਾਡੇ ਹਿੱਤ ਦੇ ਵਿੱਚ ਇਹ ਬਿੱਲ ਕਿਸ ਤਰੀਕੇ ਨਾਲ ਹੈਗੇ ਨੇ। ਕਿਸਾਨ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਪੜ੍ਹੇ ਪੜ੍ਹਾਏ ਆਏ ਹਾਂ, ਸਾਨੂੰ ਹੋਰ ਸਮਝਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਸ ਤਰੀਕੇ ਨਾਲ ਇਹ ਬਿੱਲਾਂ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਸਾਨੂੰ ਦਿਖ ਰਿਹਾ ਕਿ ਕਿਸਾਨੀ ਦਾ ਭਲਾ ਇਹਦੇ ਵਿੱਚ ਕੁਝ ਨਹੀਂ ਹੋਣਾ। ਇਹ ਸਿੱਧੇ ਜਿਹੜੇ ਨੇ ਵੱਡੇ ਜਿਹੜੇ ਪਰਿਵਾਰ ਨੇ, ਜਿਹੜੇ ਭਾਰਤ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਉਹਨਾਂ ਦੇ ਹਿੱਤਾਂ ਦੇ ਵਿੱਚ ਬਿੱਲ ਹੈਗਾ ਤੇ ਉਹਨਾਂ ਦੇ ਕਬਜ਼ੇ ਦੇ ਵਿੱਚ ਕਿਸਾਨਾਂ ਨੂੰ ਲਿਆਉਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਚੀਜ਼ ਉੱਤੇ ਸੈਕਟਰੀ ਸਾਹਿਬ ਨੇ ਦੁਬਾਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਹੀਂ ਬਣੀ। ਕਿਸਾਨ ਜਥੇਬੰਦੀਆਂ ਦੇ ਜਿਹੜੇ ਲੋਕ ਉੱਥੇ ਗਏ ਸਨ, ਉਹ ਉੱਥੇ ਹੀ ਆਰਡੀਨੈਂਸ ਨੂੰ ਦੁਬਾਰਾ ਪਾੜ ਕੇ ਕ੍ਰਿਸ਼ੀ ਵਿਭਾਗ ਜਿਹੜਾ ਹੈਗਾ ਉਹਦੇ ਬਾਹਰ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਨਜ਼ਰ ਆਏ, ਅਤੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਨਾਲ ਇੱਕ ਮਖੌਲ ਕੀਤਾ ਗਿਆ। ਪਹਿਲਾਂ ਅਕਤੂਬਰ 15 ਤੱਕ ਜਿਹੜੇ ਇਹ ਧਰਨੇ ਪ੍ਰਦਰਸ਼ਨ ਚੱਲਣੇ ਸਨ, ਹੁਣ ਇਹਨਾਂ ਨੂੰ ਲੰਮਾ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਹੁਣ ਡਟ ਚੁੱਕੇ ਹੋਏ ਹਾਂ ਅਤੇ ਲਗਾਤਾਰ ਇਸ ਮੁੱਦੇ ਦੇ ਉੱਤੇ ਸੰਘਰਸ਼ ਕਰਾਂਗੇ ਜਦ ਤੱਕ ਕੇਂਦਰ ਆਪਣੇ ਇਹਨਾਂ 3 ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ। ਇਹ ਆਪਣੇ ਆਪ 'ਚ ਇੱਕ ਹੋਰ ਸੰਘਰਸ਼ ਦਾ ਜਿਹੜਾ ਰੂਪ ਵੱਡਾ ਜਿਹੜਾ ਉਹ ਤਿਆਰ ਹੁੰਦਾ ਜਾ ਰਿਹਾ। ਦੂਸਰੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਹੈ, ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਸਨ ਕਿ ਤੁਸੀਂ ਆਪਣਾ ਸਪੈਸ਼ਲ ਵਿਧਾਨ ਸਭਾ ਦਾ ਸਤਰ ਬੁਲਾਓ ਅਤੇ ਉਹਦੇ ਵਿੱਚ ਇਹਨਾਂ 3 ਕਾਨੂੰਨਾਂ ਨੂੰ ਜਿਹੜਾ ਕੰਡੈਮ ਕਰੋ ਅਤੇ ਇਹ ਕਹੋ ਕਿ ਅਸੀਂ ਇਹਨਾਂ ਨੂੰ ਨਹੀਂ ਮੰਨਦੇ, ਤੇ ਆਪਣਾ ਇੱਕ ਪੰਜਾਬ ਸਟੇਟ ਜਿਹੜੀ ਹੈ ਇਸ ਦੇ ਖਿਲਾਫ ਜਾ ਕੇ ਇੱਕ ਕਾਨੂੰਨ ਜਿਹੜਾ ਉਹ ਪਾਵੇ, ਇੱਕ ਤੇ ਮਤਾ ਜਿਹੜਾ ਉਹ ਪਾਵੇ। ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਕਿ ਮੈਨੂੰ ਪਤਾ ਹੈ ਅਸੀਂ ਸਤਰ ਬੁਲਾਵਾਂਗੇ, ਪਰ ਸਤਰ ਕਦੋਂ ਬੁਲਾਉਣਾ ਇਹ ਸਾਰਾ ਕੁਝ ਜਿਹੜਾ ਮੇਰੇ ਹੱਥ ਵਸ ਹੈਗਾ, ਇਹ ਮੈਂ ਡਿਸਾਈਡ ਕਰਾਂਗਾ। ਮੈਨੂੰ ਕੋਈ ਦੱਸਣ ਦੀ ਕੋਸ਼ਿਸ਼ ਨਾ ਕਰੇ
कि मैं ये सत्र जिहड़ा वो कदों बुलाउणा है। पर परसों जिहड़ा हैगा श्रोमणी अकाली दल बादल दे वल्लों ये कहा जाता है कि असीं कैप्टन सरकार नूं 7 दिन दिंने आ ते 7 दिनां दे विच जिहड़ा है वो सत्र बुलाया जावे। पर हुण कैप्टन सरकार ने जिहड़ा है वो 24 घंटे नहीं पैन दित्ते ते ऐलान कर दिता श्रोमणी अकाली दल बादल दे इस ऐलान तो बाद कि ठीक है जी असीं सत्र जिहड़ा 19 तरीक नूं बुला रहे हैं तो उहदे विच असीं जिहड़ी है वो गलबात तुहाडे नाल करांगे अते जो भी उहदे च निर्णय निकलेगा वो असीं केंद्र नूं भेज देवांगे। पर यह भी अपने आप च एक वड्डी राजनीति है। कैप्टन सरकार ने किसानों को यह दस दिता कि जिथे तुसी हथ पल्ला मारना है मार लो, जो तुहाडे हथ पल्ले कुछ ना लगे उस तो बाद मैं तुहानूं दसांगा कि मैं की कर सकदा है। क्योंकि यह भी एक राजनीति की वो खेड़ है जिहड़ी आम लोगों के समझ नहीं आ रही। क्योंकि हुण जो केंद्र के हथों किसानों के पल्ले कुछ नहीं पिया तो हुण जो विधान सभा का सत्र सद्या जाएगा, सत्र दे विच गल्लां होणगीआं, उन्होंने कंडैम्ड किया जाएगा, सारे कानून जड़े ने उन्होंने खिलाफ बोलिया जाएगा, तो फिर पुरानी 2007 वाली जी गलबात सामने आएगी जिहदे कैप्टन अमरिंदर सिंह होना ने पानियां दे सारे जिहड़े भी फैसले सन उन्होंने रद्द कर दिता सी, सारे कानूनों को रद्द कर दिता सी। भावें वो केस जिहड़ा अज तक सुप्रीम कोर्ट दे विच लटक रहा है, पर उस वेले वाही वाही हो गई सी कि सरदार ने खुंडा जिहड़ा है वो खड़का दिता है तो एक बारी केंद्र नूं दस दिता है कि असीं इस तरीके नाल चुकण वाले नहीं। वो गल नूं हुण दोबारा दोहर पाई जाएगी क्योंकि 2022 दीआं चोणां भी सामने खड़ियां ने, कुछ ना कुछ करना पैना है। जे खुंडा ना खड़काया तो लोग जिहड़े ने पहलां ही अक्के सड़े पए ने। हुण इस सब दे विच होवेगा कि 3 हफ्ते किसानी जिहड़ी है लगातार इंतजार कर रही है, लगातार वेट कर रही है, लगातार जिहड़ी है वो सारियां सरकारां सारियां राजनीतिक पार्टियां वल वेख रही है कि भाई सानूं दंदे की हो, साडे वास्ते तुसीं करोगे की, दसो तो सही। पर राजनीतिक पार्टियां जिहड़ियां ने वो कह रही ने कि असीं अपने अपने तौर पर प्रचार कर रहे हैं, असीं अपने अपने तरीके नाल विਉਂਤ बनाउण दी कोशिश कर रहे हैं। पर किसानां दे हत्थ पल्ले जिहड़ा कुछ लगदा अजे तक नज़र नहीं आ रहा। दूसरे पासे कुछ लोग जिहड़े ने इत्थों तक कहण लग पे ने कि किते केंद्र जिस तरीके नाल पंजाब दे विच अनसर्टनटी शुरू हो गई हुई है, जिस तरीके नाल बीजेपी लगातार प्रचार कर रही है कि कांग्रेस पार्टी जिहड़ी हैगी है जां उन्हां दे कारकुन जिहड़े हैगे ने जां उन्हां दे जिहड़े वर्कर ने जिस तरीके नाल उन्होंने बीजेपी के प्रधान अश्विनी शर्मा की गड्डी के उत्ते हमला किया है, सानू निशाना बनाने की कोशिश की जा रही है। बीजेपी ने तो इत्थों तक कहता कि पंजाब दे विच जिहड़े साडे वख-वख दफ्तर हैगे ने शहरां दे विच उन्होंने भी जिहड़ा निशाना बनाया जा रहा है। तो जिहड़ी ये अपने आप च लॉ एंड ऑर्डर की एक नवीं तस्वीर जिहड़ी है वो सामने लियाउण की कोशिश की जा रही है। बहुत सारे लोग ये कह रहे हैं कि किते ये पंजाब दे विच बाद च बीजेपी जिहड़ी है वो राष्ट्रपति शासन की मंग तो नहीं करने वाली कि किते ये कहण कि वेखो जी साडा ते नुकसान शुरू हो गया, हुण लॉ एंड ऑर्डर की स्थिति बन गई है, तुसीं जिहड़ा अपना जिहड़ा इत्थे राष्ट्रपति शासन लाओ। कि ये मंग जिहड़ी हो सकती है, इतों इनकारिया नहीं जा सकता क्योंकि हालात जिहड़े ने वो बन रहे हैं जां बनाए जा रहे हैं। क्योंकि बहुत सारे लोग कहते हैं कि पंजाब के जिहड़े लोग ने वो जल्दी कीतियां जिहड़े किसी के हथ नहीं आउंदे, तां इह इक्को एक तरीका है कि उन्होंने दोबारा अपने थल्ले लियाउण वास्ते इस तरीके दीयां सख्त जिहड़े ने हदायतां जां कानून जिहड़े ने वो लिआंदे जा सकते हैं। पर कि कैप्टन अमरिंदर सिंह जिहड़े ने वो लगातार बीजेपी नूं भी हुण उन्होंने भंडना शुरू किया है कि तुसीं जिन्ना क प्रचार करना सी वो कर लिया, पर झूठे प्रचार नूं हुण अगे ना लैके जाओ क्योंकि इहदे नाल पंजाब दे विच तुसीं अपने आप जिहड़े ने अपने हालात भी खराब कर रहे हो तो लॉ एंड ऑर्डर की स्थिति भी खराब कर रहे हो। उन्होंने कहा कि असीं तुहाडे प्रधान जिहड़े हैगे ने अश्विनी शर्मा उन्होंने 7 गनमैन पहलां दिते सन, हुण उन्हां दी असीं सिक्योरिटी 3 गुना करती है। जिथे भी तुसीं जांदे हो आगामी सिक्योरिटी उन्होंने दी जाती है। उन्होंने घर के बाहर असीं पैरा किया है, पुलिस बैरीकेड ला रही है, पुलिस रस्ते जिहड़े डिवर्ट कर रही है, होर तुहानूं की चाहिए। पर तुसीं इस तरीके की स्थिति पैदा ना करो जिहदे नाल पंजाब दे विच होर हालात जिहड़े ने वो खराब होण। होर जगह अगर गल करते हैं किसानी नूं लैके, क्योंकि 3 हफ्ते हो चुके हैं किसान रेलवे लाइनां अते सड़कों के उत्ते बैठे हुए हैं, शंभू बार्डर तक जिहड़े ने धरने प्रदर्शन हो रहे हैं, कई लोग तो दिल्ली जाके भी प्रदर्शन कर चुके हैं। पर हुण स्थिति की बनी हुई है असल दे विच गल करते हैं तो कई जथेबंदियां जिहड़ियां हैगियां ने, खालसा एड जिस तरीके नाल हैगी है वो लगातार किसानों नूं जिथे जिथे भी वो बैठे हुए हैं उत्थे उत्थे उन्हां नूं राशन पहुँचाउण की कोशिश कर रही है, उन्हां दी मदद करने की कोशिश कर रही है तां जो
ਉਹਨਾਂ ਨੂੰ ਕਿਸਾਨਾਂ ਨੂੰ ਕਿਤੇ ਇਹ ਨਾ ਲੱਗੇ ਕਿ ਸਾਡੀ ਰਾਸ਼ਨ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਤੇ ਸਾਨੂੰ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੁੱਕਣਾ ਪਵੇ। ਕਈ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਸੀ ਕਿ ਅਸੀਂ ਸਪਲਾਈ ਦੇਵਾਂਗੇ, ਅਸੀਂ ਰਾਸ਼ਨ ਜਿਹੜਾ ਉਹ ਦੇਵਾਂਗੇ, ਅਸੀਂ ਲੰਗਰ ਵੰਡਾਂਗੇ। ਪਰ ਕਈ ਜਗ੍ਹਾ ਤੋਂ ਖਬਰ ਆ ਰਹੀ ਹੈ ਕਿ ਇਸ ਤਰੀਕੇ ਦੀ ਕੋਈ ਵੀ ਸਪਲਾਈ ਜਿਹੜੀ ਹੈ ਜਾਂ ਇੰਤਜ਼ਾਮ ਜਿਹੜੇ ਨੇ ਉਹ ਅਜੇ ਤੱਕ ਨਹੀਂ ਕੀਤੇ ਗਏ। ਪਰ ਅਖੀਰ ਦੇ ਵਿੱਚ ਸਵਾਲ ਇਹ ਬਣਦਾ ਹੈ ਕਿ ਇਹ ਸੰਘਰਸ਼ ਕਿੰਨਾ ਚਿਰ ਹੋਰ ਚੱਲੇਗਾ? ਕਿਸਾਨ ਜਥੇਬੰਦੀਆਂ ਦੇ ਹੱਥ ਪੱਲੇ ਕੁਝ ਲੱਗੇਗਾ ਕਿ ਨਹੀਂ ਲੱਗੇਗਾ? ਕਿ ਸਿਰਫ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਅਤੇ ਸੈਂਟਰ ਦੇ ਵਿੱਚ ਬੀਜੇਪੀ ਜਿਸ ਤਰੀਕੇ ਨਾਲ ਆਪਣੀ ਪੋਲਿਟਿਕਸ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਤੇ ਇਹ ਦੋਵਾਂ ਚੱਕੀਆਂ ਦੇ ਵਿੱਚ ਕਿਸਾਨ ਪਿਸ ਕੇ ਤੇ ਨਹੀਂ ਰਹਿ ਜਾਣਗੇ? ਨੁਕਸਾਨ ਕਿਸ ਤਰੀਕੇ ਨਾਲ ਹੋਵੇਗਾ? ਅਗਰ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਪੰਜਾਬ ਦੇ ਵਿੱਚ ਬਣ ਗਈ ਤਾਂ ਨੁਕਸਾਨ ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਉਹ ਝੱਲਣਾ ਪਵੇਗਾ? ਇਸ ਸਾਰੇ ਨੂੰ ਜਿਹੜੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਅਤੇ ਜਿਹੜੇ ਜਾਗਰੂਕ ਲੋਕ ਨੇ ਉਹ ਇਹਦੇ ਉੱਤੇ ਗੱਲਬਾਤ ਕਰ ਰਹੇ ਨੇ। ਭਾਵੇਂ ਹਜੇ ਪੰਜਾਬ ਦੇ ਵਿੱਚ ਪਲੈਨਿੰਗ ਹੋ ਰਹੀ ਹੈ, ਸਰਕਾਰਾਂ ਜਿਹੜੀਆਂ ਗੱਲਬਾਤ ਕਰ ਰਹੀਆਂ ਨੇ, ਪਰ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਲਗਾਤਾਰ NRI ਭਾਈਚਾਰੇ ਦੇ ਵੱਲੋਂ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਉਹ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਕੀ ਹੁਣ ਤੁਸੀਂ ਜਿਹੜਾ ਹੈ ਕਿਸਾਨਾਂ ਨੂੰ ਇਸੇ ਤਰੀਕੇ ਨਾਲ ਦਬਾਉਂਦੇ ਰਹੋਗੇ ਜਾਂ ਸੱਚਮੁੱਚ ਉਹਨਾਂ ਦਾ ਹੱਲ ਕਰਨ ਦੀ ਕੋਈ ਕੋਸ਼ਿਸ਼ ਕਰੋਗੇ? ਵਰਜੀਨੀਆ ਦੇ ਵਿੱਚ ਵੀ ਖਾਸ ਤੌਰ ਤੇ ਇੱਕ ਜਥੇਬੰਦੀ ਦੇ ਵੱਲੋਂ ਇੱਥੋਂ ਤੱਕ ਜਾ ਕੇ ਗੱਲ ਕੀਤੀ ਗਈ ਹੈ ਕਿ ਉਹਨਾਂ ਨੇ ਹਰੇਕ ਰਾਜਨੀਤਿਕ ਪਾਰਟੀ ਦੇ ਅਹੁਦੇਦਾਰ ਨੂੰ ਸੱਦਾ ਦਿੱਤਾ ਹੈ ਕਿ ਆਓ ਮੰਚ ਤੁਹਾਨੂੰ ਦਿੰਦੇ ਆ, ਪਰ ਰਾਜਨੀਤਿਕ ਬੰਦੇ ਦੇ ਤੌਰ ਤੇ ਨਾ ਆਇਓ, ਕਿਸਾਨਾਂ ਦੇ ਹਤੈਸ਼ੀ ਹੋਣ ਦੇ ਤੌਰ ਤੇ ਆਇਓ ਅਤੇ ਦੱਸਿਓ ਕਿ ਕਿਸ ਤਰੀਕੇ ਨਾਲ ਤੁਸੀਂ ਕਿਸਾਨੀ ਦਾ ਹੱਲ ਕਰੋਗੇ, ਕਿਸ ਤਰੀਕੇ ਨਾਲ ਤੁਸੀਂ ਜਿਹੜਾ ਉਹਨਾਂ ਦੀ ਮਦਦ ਕਰੋਗੇ। ਇਸ ਸ਼ਨੀਵਾਰ ਨੂੰ ਖਾਸ ਤੌਰ ਤੇ ਵਰਜੀਨੀਆ ਦੇ ਵਿੱਚ ਇੱਕ ਵੱਡਾ ਹਲ ਬੁੱਕ ਕੀਤਾ ਗਿਆ, 250 ਬੰਦੇ ਤੱਕ ਦੀ ਗੈਦਰਿੰਗ ਕਰਨ ਦੀ ਪਰਮਿਸ਼ਨ ਤੱਕ ਲੈ ਲਿੱਤੀ ਗਈ ਹੈ ਕਿ ਆ ਕੇ ਤੁਸੀਂ ਸਾਨੂੰ ਦੱਸਿਓ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਿਸਾਨੀ ਦੇ ਹੱਲ ਦੇ ਵਿੱਚ ਆਪਣੀ ਪਾਰਟੀ ਨੂੰ ਮਨਾਵਾਂਗੇ ਜਾਂ ਯਤਨ ਕਰਾਂਗੇ। ਇਹ ਆਪਣੇ ਆਪ 'ਚ ਇੱਕ ਚੰਗਾ ਉਪਰਾਲਾ ਕੀਤਾ ਗਿਆ। ਉਮੀਦ ਕਰਦੇ ਹਾਂ ਕਿ ਆਪਣੇ ਆਪ 'ਚ ਜਿਸ ਤਰੀਕੇ ਨਾਲ ਹੁਣ NRI ਭਾਈਚਾਰਾ ਇਹ ਆਪਣੀ ਗੱਲ ਨੂੰ ਅੱਗੇ ਲੈ ਕੇ ਜਾ ਰਿਹਾ, ਕਿਸਾਨੀ ਦੇ ਹੱਕ ਦੇ ਵਿੱਚ ਖੜਨ ਦੀ ਕੋਸ਼ਿਸ਼ ਕਰ ਰਿਹਾ, ਇਹਦੇ ਨਾਲ ਰਾਜਨੀਤਿਕ ਪਾਰਟੀਆਂ ਨੂੰ ਵੀ ਥੋੜ੍ਹਾ ਜਿਹਾ ਸੇਕ ਜ਼ਰੂਰ ਲੱਗੇਗਾ ਤੇ ਉਹ ਵੀ ਕਿਸਾਨੀ ਦੇ ਹਿੱਤ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਸਤਿ ਸ਼੍ਰੀ ਅਕਾਲ ਜੀਓ। ਜਦੋਂ ਸਰਕਾਰ ਹੋਵੇ ਸੁੱਤੀ, ਆਵਾਮ ਦੀ ਹਾਲਾਤ ਹੋਵੇ ਕਸੂਤੀ, ਤਾਂ ਚਰਚਾ ਤਾਂ ਬਣਦੀ ਹੈ। ਜਦੋਂ ਛੇਵੇਂ ਦਰਿਆ ਦੀ ਗੱਲ ਹੋਵੇ, ਕਿਸਾਨੀ ਦਾ ਨਾ ਕੋਈ ਹੱਲ ਹੋਵੇ, ਤਾਂ ਚਰਚਾ ਤਾਂ ਬਣਦੀ ਹੈ। ਜਦੋਂ ਨੌਜਵਾਨੀ ਵਿਦੇਸ਼ਾਂ ਵੱਲ ਭੱਜਦੀ ਹੋਵੇ, ਡੋਂਕੀਆਂ ਦੇ ਵਿੱਚ ਮਰਦੀ ਹੋਵੇ, ਤਾਂ ਚਰਚਾ ਤਾਂ ਬਣਦੀ ਹੈ।